ਰਣਜੀਤ ਸਿੰਘ ਦੇ ਉੱਤੇ ਇਹਨਾਂ ਦੇ ਕੋਲ ਦੁਨੀਆ ਜਹਾਨ ਦਾ ਕੰਮ ਹੈ। ਅੱਛਾ ਤਸ਼ਰੀਫ ਰੱਖੋ ਨਾ। ਤੇ ਇਹ ਆ ਗਏ ਨੇ ਅੱਜ ਗੜ 'ਚ ਗੜ ਮਹਾਰਾਜ। ਮੈਂ ਇੱਕ ਜਗ੍ਹਾ ਸੁਣੀ ਹੈ ਨਾ, ਗੜ ਮਹਾਰਾਜਾ। ਇਹ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪੀਰੀਅਡ ਨੂੰ ਜਾਣਨਾ ਹੋਵੇ ਤੇ ਇਹ ਗੜ ਮਹਾਰਾਜ। ਰਾਵਲ ਸਾਹਿਬ ਆਜੋ ਆਜੋ ਬਾਅਦ ਚ ਬਣਾ ਲਾਂਗੇ। ਖੋਲਿਆ ਤੇ ਹੁਣ ਮੁੰਡੇ ਨੇ ਬਣਾਈ ਕਿਧਰ ਨਹੀਂ ਜਾ ਰਿਹਾ ਇਹ ਫਕੀਰ ਖਾਨਾ, ਕਿਧਰ ਨਹੀਂ ਜਾ ਰਿਹਾ। 307 ਫਕੀਰ ਖਾਨਾ ਨਹੀਂ ਜਾਣਾ, ਲੇਕਿਨ ਮੈਂ ਚਲੇ ਜਾਣਾ ਹੈ। ਇਹਦੀ ਵੀਡੀਓ ਜਿਹੜੀ ਨਾ ਇਹਨਾਂ ਦੇ ਭੇਜੇ ਨੇ ਨਾ, ਹਾਂਜੀ ਇਹਦੇ ਬਾਰੇ ਇੱਕ ਇਨਫੋਰਮੇਟਿਵ ਜਿਹੜਾ ਅਪਲੋਡ ਵੀ ਕੀਤੀ ਹੋਈ ਹੈ। ਅੱਛਾ ਅੱਛਾ ਉਹ ਵੀ ਤੁਸੀਂ ਦੇਖ ਸਕਦੇ ਹੋ। ਉਹ ਮੁੰਡਾ ਜ਼ੈਨ ਹੈ ਨਾ, ਜ਼ੈਨ ਬੜਾ ਟੈਲੈਂਟਡ ਬੰਦਾ ਹੈ। ਉਹਨੇ 12 ਦੇ ਨਾਮ ਸਰ ਇੱਕ ਮਿੰਟ, ਇਹ ਬੇਟਾ ਕੁਰਸੀ ਚੁੱਕ ਕੇ ਨਾ ਨਰਮ ਵਾਲੀ ਕੁਰਸੀ ਸਾਹਮਣੇ ਉਹ ਨਰਮ ਗਿਆ। ਇਹਨਾਂ ਦੇ ਜਿਹੜਾ ਲੈਟਰ ਲਿਖਿਆ ਕਿ ਰਣਜੀਤ ਸਿੰਘ ਨੂੰ ਬੁਲਾਇਆ, ਉਹਦੇ ਵਿੱਚ ਲਿਖਿਆ ਕੀ ਹੈ ਕਿ ਜੀ ਤੁਮ ਅਗਰ ਹਮ ਤੁਮੇ ਇਹ 14 ਬੰਦੇ ਜਿਹਦੇ ਵਿੱਚ 10 ਮੁਸਲਮ, ਇੱਕ ਸਿੱਖ, ਇੱਕ ਹਿੰਦੂ, ਨਹੀਂ 12 ਮੁਸਲਿਮ, ਇੱਕ ਸਿੱਖ ਤੇ ਇੱਕ ਹਿੰਦੂ, 14 12 ਹਾਂ ਓਕੇ 12 ਮੁਸਲਮਾਨ, ਇੱਕ ਸਿੱਖ ਤੇ ਇੱਕ ਹਿੰਦੂ, 14 ਮੁਸਲਿਮ। ਇਹਨਾਂ ਨੇ ਇੱਕ ਲੈਟਰ ਲਿਖਿਆ ਲੈਟਰ ਜਿਹੜੇ ਲਿਖਿਆ ਭੰਗੀਆਂ ਦੀ ਨਸਲ ਦੇ ਅੰਦਰ ਸਨ। ਲੈਟਰ ਲਿਖਿਆ 19 ਸਾਲ ਦਾ ਇੱਕ ਨੌਜਵਾਨ ਜਿਹਦਾ ਨਾਮ ਰਣਜੀਤ ਹੈ ਤੇ ਆਪਣੀ ਮਿਸਲ ਦਾ ਸਰਦਾਰ ਹੈ। ਇਸ 19 years of age। ਤੇ ਕਿੰਨੀਆਂ ਮਿਸਲਾਂ ਸਨ ਉਸ ਵੇਲੇ ਮਿਸਲਾਂ ਦੇ ਹੀ 12 ਮਿਸਲਾਂ ਪੰਜਾਬ ਦੀ? 6 ਮਿਸਲਾਂ ਸਤਲੁਜ ਤੋਂ ਜੋ ਹੈ ਤੇ 6 ਮਿਸਲਾਂ ਸਤਲੁਜ ਤੋਂ ਪਾਰ। ਓਕੇ। ਤੇ ਉਹਦੇ ਵਿੱਚ ਬੜੇ ਬੜੇ ਕਮਾਲ ਮਿਸਲਦਾਰ ਸਨ। ਅੱਛਾ। ਬੜੇ ਬੜੇ ਵੱਡੇ ਮਿਸਲਦਾਰ ਸਨ। ਮਤਲਬ ਫਤਿਹ ਸਿੰਘ ਆਲੂਵਾਲੀਆ ਉਹਦੇ ਵਿੱਚ ਦੇਖੋ ਨਾ, ਜੈਸਾ ਭੰਗੀ ਤੇ ਉਹਦੇ ਵਿੱਚ ਕਰੋੜੀਆਂ ਮਿਸਲ, ਉਹਦੇ ਵਿੱਚ ਨਿਸ਼ਾਨੀਆਂ ਵਾਲੀ ਮਿਸਲ, ਉਹਦੇ ਵਿੱਚ ਫੈਸਪੁਰੀਆਂ ਦੀ ਮਿਸਲ, ਬੜੇ ਵੱਡੇ ਤਕੜੇ ਤਕੜੇ ਲੋਕ ਸਨ। ਅੱਛਾ ਲਾਹੌਰ ਦੇ ਅਮਾਇਦੀਨ ਨੇ ਸੋਚਿਆ ਕਿ ਯਾਰ ਅਸੀਂ ਇਹਨੂੰ ਬੁਲਾ ਲਈਏ, ਇਸ ਮੁੰਡੇ ਨੂੰ ਆਪਣਾ ਸਰਦਾਰ ਬਣਾ ਲਈਏ, ਇਹਨੂੰ ਆਪਣਾ ਬਾਦਸ਼ਾਹ ਬਣਾ ਲਈਏ। ਵਾਈ ਦਿਸ ਯੰਗ ਬॉय ਆਫ 19 years of age। ਇਹ ਬੜੀ ਸਾਈਡ ਸਾਹਿਬ ਬੜੀ ਮਜ਼ੇ ਦੀ ਗੱਲ ਹੈ। ਉਹਦੀ ਨੇਕਨਾਮੀ ਕਿਸ ਤਰ੍ਹਾਂ ਹੋਈ? ਇਸ ਦਾ ਦੌਰ ਨਹੀਂ ਕਿ ਅਸੀਂ 버ਗਰ ਖਾਈਏ ਤੇ WhatsApp ਕਰੀਏ ਤੇ ਪੂਰੀ ਦੁਨੀਆ ਨੂੰ ਪਤਾ ਲੱਗ ਜਾਏ ਜੀ ਅੱਜ ਸਾਈਡ ਸਾਹਿਬ ਨੇ 버ਗਰ ਖਾਦਾ ਹੈ। ਨਾ 버ਗਰ। ਉਸ ਵੇਲੇ ਨੇਕਨਾਮੀ ਹੋਣਾ ਇੱਕ ਮਜ਼ਾਕ ਨਹੀਂ ਸੀ। ਔਰ ਨੇਕਨਾਮੀ ਸਰ ਕਿਸ ਤਰ੍ਹਾਂ ਹੋ ਰਹੀ ਹੈ ਕਿ ਮਹਾਰਾਜਾ ਇਸ ਮਿਸਲਦਾਰ ਜਿਹੜਾ ਹੈ ਰਣਜੀਤ ਸਿੰਘ, ਇਹ ਆਪਣੇ ਮਿਸਲ ਦੇ ਫੈਸਲੇ ਜਿਸ ਲਈ ਕਰਦਾ ਹੈ ਇਨਸਾਫ ਤੇ ਕਰਦਾ ਹੈ, ਭਾਵੇਂ ਇਹਨੂੰ ਆਪਣਾ ਨੁਕਸਾਨ ਹੋਵੇ। ਫਿਰ ਇਹ ਜਿਹੜਾ ਪ੍ਰੋਮਿਸ ਕਰਦਾ ਹੈ, ਜਿਹਦੇ ਨਾਲ ਵਾਅਦਾ ਕਰਦਾ, ਉਹਨੂੰ ਉਸ ਪ੍ਰੋਮਿਸ ਨੂੰ ਕੰਪਲੀਟ ਕਰਦਾ ਹੈ। ਇਹਦੀ ਖੂਬੀ ਹੈ, ਇਹਦੀ ਖੂਬੀ ਹੈ। ਫਿਰ ਇਹ ਜਿਸ ਵੇਲੇ ਫੈਸਲੇ ਕਰਦਾ ਹੈ ਤੇ ਇਹ ਪ੍ਰਪਟ ਫੈਸਲੇ ਨਹੀਂ ਕਰਦਾ, ਇਹ ਸੋਚ ਕੇ ਫੈਸਲੇ ਕਰਦਾ ਹੈ, ਸਲਾਹ ਨਾਲ ਕਰਦਾ ਹੈ। ਠੀਕ, ਇਹ ਤਿੰਨ ਗੱਲਾਂ ਸਨ। ਫਿਰ ਚੌਥੀ ਜਿਹੜੀ ਇਹਦੀ ਖੂਬਸੂਰਤੀ ਸੀ, ਇਹ ਬਲਾ ਦਾ ਬਹਾਦਰ ਸੀ। ਅੱਛਾ। ਇਹਦੀ ਬਹਾਦਰੀ ਦੇ ਬੜੇ ਚਰਚੇ ਸਨ। ਉਹ ਵੀ ਬਹਾਦਰੀ ਮੈਂ ਤੁਹਾਨੂੰ ਇਹਦੀ ਇਸ ਮਿਸਲ ਦੇ ਸਰਦਾਰ ਬਣਨ ਦੇ ਵਿੱਚ ਇਹਦੀ ਕਈ ਬਹਾਦਰੀਆਂ ਗਿਣਾ ਸਕਦਾ। ਓਕੇ। ਕਈ ਬੜੇ ਮਜ਼ੇ ਦੀ ਬਹਾਦਰੀਆਂ ਸਨ। ਇਹ ਬਹਾਦਰ ਬੜਾ ਠੀਕ। ਸਾਰੀ ਮਿਸਲ ਵਾਲੇ ਜਿਸ ਨੇ ਇਹਨੂੰ ਕੋਈ ਹੁਕਮ ਦਿੰਦੇ ਸਨ ਕਿ ਜਿਵੇਂ ਇੱਕ ਹੁਕਮ ਹੋਇਆ, ਦੁਸਹਿਰੇ ਦੇ ਇਕੱਠੇ ਸਨ, ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵਾਪਸ ਜਾ ਰਹੀ ਸੀ, ਸਾਰੇ ਮਿਸਲ ਸਰਦਾਰ ਆਪਣਾ ਗੋਲਡਨ ਟੈਂਪਲ ਦੇ ਇਕੱਠੇ ਸੀ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਨੇ ਕਿ ਮਹਾਰਾਜ ਅਗਰ ਰਣਜੀਤ ਸਿੰਘ ਉਹ ਤੇਰੇ ਇਲਾਕੇ 'ਚ ਜਿਸਲੇ ਗੁਜ਼ਰ ਕੇ ਜਾਏ ਤੂੰ ਉਹਨੂੰ ਪਿੱਛੋਂ ਅਟੈਕ ਕਰ, ਅਸੀਂ ਤੇਰਾ ਸਾਥ ਦੇਵਾਂਗੇ। ਅੱਛਾ। ਅਹਿਮਦ ਸ਼ਾਹ ਅਬਦਾਲੀ ਮੇਰੇ ਇਲਾਕੇ 'ਚੋਂ ਗੁਜ਼ਰ ਕੇ ਵਾਪਸ ਜਾਏ ਤੇ ਤੁਸੀਂ ਕਹਿੰਦੇ ਮੈਂ ਪਿੱਛੋਂ ਅਟੈਕ ਕਰਾਂ ਉਹਨੂੰ, ਉਹ ਤੇ ਮਹਿਮਾਨ ਬਣ ਕੇ ਮੇਰੇ ਇਲਾਕੇ ਤੋਂ ਜਾ ਰਿਹਾ ਤੇ ਮੈਂ ਮਹਿਮਾਨ ਨੂੰ ਲੁੱਟਣਾ ਪਸੰਦ ਨਹੀਂ ਕਰਦਾ। ਹਾਂ ਤੁਸੀਂ ਜੇ ਕਹੋ ਕਿ ਇਹਨੂੰ ਟੱਕਣਾ ਹੈ ਤੇ ਆਓ ਫਿਰ ਰਲ ਕੇ ਇਹਨੂੰ ਅਟਕ ਦੇ ਪੁੱਤੇ ਡੱਕੀਏ ਕਿ ਉਹ ਇੱਥੇ ਨਾ ਆ ਸਕੇ। ਹੁਣ ਮਹਿਮਾਨ ਬਣ ਕੇ ਜਾ ਰਿਹਾ ਹੈ, ਮੈਂ ਮਹਿਮਾਨ ਤੇ ਅਟੈਕ ਨਹੀਂ ਕਰਦਾ। ਅੱਛਾ। ਇਹਦੀ ਇਹ ਵਿਜ਼ਡਮ ਸਾਰੇ ਪੂਰੇ ਪੰਜਾਬ ਵਿੱਚ ਹੋ ਗਈ, ਸਾਰੇ ਹੱਕਾ ਪੱਕਾ ਰਹਿ ਗਏ ਕਿ ਇਹ ਮੁੰਡੇ ਨੇ ਸਾਡੀ ਲੁਟੇਰਾ ਕਾਹਦਾ ਮਹਿਮਾਨ ਹੋਇਆ ਤੇ ਕਾਹਦਾ ਮਹਿਮਾਨ ਹੋਇਆ, ਉਹ ਤੇ ਵੱਖਰੀ ਗੱਲ ਹੈ। ਖੈਰ ਚਲੋ। ਨਹੀਂ ਉਹ ਕਹਿੰਦਾ ਵਾਪਸ ਜਾ ਰਿਹਾ ਨਾ ਯਾਰ, ਮੁਸਾਫਿਰ ਬਣ ਕੇ ਉਹਦੇ ਇਲਾਕੇ 'ਚੋਂ ਗੁਜ਼ਰ ਰਿਹਾ। ਹਾਂ ਠੀਕ, ਚਲੋ। ਮੈਂ ਕਿਉਂ ਉਹਨੂੰ ਲੁੱਟਾਂ ਜਾਂ ਉਹਨੂੰ ਤਬਾਹ ਕਰਾਂ? ਜੇ ਐਡੇ ਸੂਬੇ ਹੋ ਤਾਂ ਫਿਰ ਉਹਨੂੰ ਤੇ ਬਾਰਡਰ ਤੇ ਰੋਕ। ਚਲੋ ਮੈਂ ਲੱਗਣਾ ਅੱਗੇ ਚਲੋ ਆਓ। ਇਹ ਫਾਈਨ ਹੈ, ਸਾਰੇ ਖਾਮੋਸ਼ ਹੋ ਗਏ। ਫਿਰ ਇੱਕ ਵਾਰੀ ਜਿਸ ਵੇਲੇ ਲਾਹੌਰ ਆਉਂਦਾ, ਜਿਸ ਵੇਲੇ ਦੁਸਹਿਰੇ ਜਾਂਦਾ ਤੇ ਸ਼ਾਹ ਜ਼ਮਾਨ ਹੁੰਦਾ ਹੈ, ਨਾਦਰ ਸ਼ਾਹ ਦੁਰਾਨੀ, ਅਹਿਮਦ ਸ਼ਾਹ ਅਬਦਾਲੀ ਦਾ ਬੇਟਾ ਸ਼ਾਹ ਜ਼ਮਾਨ ਆਪਣਾ
ਲਾਹੌਰ ਫੋਰਟ ਵਿੱਚ ਇਹ ਘੋੜਾ ਲਾਹੌਰ ਫੋਰਟ ਤੇ ਲੈ ਜਾਂਦਾ ਆਪਣਾ घोड़े की पीठ से आवाज करता है अहमद शाह अब्दाली के पोते देख चौड़े सिंह का पोता है हाँ आ और मेरे साथ फाइट कर बना दा एक वो जिन्हों कहते ने कि बहादुर सिंह उन्होंने बहादुर सूरमा उन्होंने डरी कोई नहीं सी ਇਹ ਘੋੜੇ ਤੇ ਬਹਿ ਕੇ ਬੜੇ ਘੰਟਾ ਉਹਨੇ ਆਵਾਜ਼ਾਂ ਲਾਈਆਂ ਲੜਕਾਰਦਾ ਰਿਹਾ ਕੋਈ ਅੰਦਰੋਂ ਬਾਹਰ ਨਹੀਂ ਨਿਕਲਿਆ ਇਹ ਗੱਲ ਵੀ ਪੂਰੇ ਦੁਨੀਆ 'ਚ ਫੈਲ ਗਈ ਬਹਾਦਰ ਵੀ ਸੀ ਅਕਲਮੰਦ ਵੀ ਸੀ ਵਾਅਦੇ ਵੀ ਪੂਰੇ ਕਰਦਾ ਸੀ ਆਪਣੇ ਯਾਰ ਇਹਨੂੰ ਆਪਣਾ ਸੀ ਬਾਦਸ਼ਾਹ ਕਿਉਂ ਬਣਾ ਲਈਏ ਤੇ ਫਕੀਰ ਗੁਲਾਮ ਮੁਹੀਉਦੀਨ ਨੇ ਇਹਦੇ ਵਾਸਤੇ ਪ੍ਰੈਡਿਕਸ਼ਨ ਵੀ ਕੀਤੀ ਪੇਸ਼ਨ ਗੋਈ ਵੀ ਕੀਤੀ ਭਵਿਸ਼ਵਾਣੀ ਵੀ ਕੀਤੀ ਸਮਝ ਆ ਗਈ ਫਿਰ ਜਨਾਬ 1799 ਚ ਲਾਹੌਰ ਆਉਂਦਾ ਇਹ ਜਿਹੜੇ ਸਦੇ ਤੇ ਆਉਂਦਾ ਆਉਣ ਤੋਂ ਪਹਿਲੇ ਤੇ ਭੰਗੀਆਂ ਨਾਲ ਕੀ ਆਉਣ ਤੋਂ ਪਹਿਲੇ ਆਪਣੇ ਇੱਕ ਮਸਾਇਬ ਉਹਦਾ ਨਾਮ ਗੁਲਾਬ ਸਿੰਘ ਉਹਦਾ ਮੁੰਸ਼ੀ ਤੇ ਗੁਲਾਬ ਸਿੰਘ ਤਾਲੀਮ ਯਾਫਤਾ ਫਕੀਰ ਅਜ਼ੀਜ਼ੁद्दीन ਦੇ ਮਦਰਸੇ ਤੋਂ ਅੱਛਾ ਲੋ ਜੀ ਇੱਕ ਖਬਰ ਤੇ ਗੁਲਾਬ ਸਿੰਘ ਉਹ ਕਹਿੰਦਾ ਹੈ ਕਿ ਯਾਰ ਮੇਰੇ ਨਾਲ ਕੋਈ ਧੋਖਾ ਨਾ ਹੋ ਜਾਵੇ ਲੇਕਿਨ ਉਸ ਵਕਤ ਤੁਸੀਂ ਫਕੀਰ ਉਸ ਨੂੰ ਗੁਲਾਮ ਮੁਹੀਉਦੀਨ ਖੁਦ ਜ਼ਿੰਦਾ ਸੀ ਤੇ ਮਦਰਸਾ ਤੋਂ ਨਹੀਂ ਹੋਇਆ ਮਦਰਸਾ ਉਹਨਾਂ ਦਾ ਹੈ ਜੀ ਫਕੀਰ ਅਜ਼ੀਜ਼ੁद्दीन ਦੇ ਸ਼ਾਗਿਰਦ ਦਾ ਹੀ ਉਹਦਾ ਨਾਮ ਸੀ ਅੱਛਾ ਠੀਕ ਹੈ ਮਤਲਬ ਉਹ ਵੀ ਪੜ੍ਹਾਉਂਦੇ ਸਨ ਆਪਣੇ ਠੀਕ ਹੈ ਗੁਲਾਬ ਸਿੰਘ ਨੂੰ ਕਹਿੰਦਾ ਕਿ ਜਾਓ ਤੁਸੀਂ ਇਸ ਖਤ ਦੀ ਤਸਦੀਕ ਕਰੋ ਕਿ ਮੇਰੇ ਨਾਲ ਧੋਖਾ ਤਾਂ ਨਹੀਂ ਹੋਏਗਾ ਉਹ ਤਸਦੀਕ ਕੌਣ ਕਰੇ ਉਹਨੇ ਕਹੀ ਤਸਦੀਕ ਸਿਰਫ ਇੱਕ ਬੰਦਾ ਕਰ ਸਕਦਾ ਉਹਦਾ ਨਾਮ ਫਕੀਰ ਗੁਲਾਮ ਮੁਹੀਉਦੀਨ ਹਾਂ हजरत फकीर गुलाम मुहीउद्दीन पर पहुंचते ने गुलाब सिंह खत लैके जनाब उन्होंने कहा जी सच्ची गल है बिस्मिल्लाह करो आओ तो उहदे वास्ते बरकत नहीं ते लाहौर वास्ते बरकत नहीं पंजाब वास्ते बरकत नहीं ते मेरी दुआ है उन्होंने सास की फौज को इकट्ठा करता है जून जुलाई के महीने लाहौर ਜੂਨ ਜੁਲਾਈ अच्छा ते लाहौर आके ना अपना जिथे बाग वजीर खाने अजकल NC है अच्छा ਉਹਦੇ ਬਾਗ ਵਜ਼ੀਰ ਖਾਨੇ ਦੀ ਬਾਰਾਦਰੀ ਹੈ ਉਹ ਪਹਿਲੀ ਸਾਡੀ ਛਾਉਣੀ ਹੈ ਇੱਥੇ ਉੱਥੇ ਆ ਕੇ ਆਪਣਾ ਪੜਾਅ ਕਰਦਾ ਹੈ ਇਤਲਾਹ ਭੇਜਦਾ ਹੈ ਕਿ ਜਨਾਬ ਮੈਂ ਕਿਹੜੇ ਬੂਹੇ ਤੋਂ ਆਣਾ ਸਾਰੇ ਬੂਹੇ ਤੋਂ ਫਸੀਲਾਂ ਉਹਨੇ ਕੋਈ ਫਿਕਰ ਨਾ ਕਰੋ ਲਾਹੌਰੀ ਦਰਵਾਜ਼ਾ ਖੋਲਾਂਗੇ ਦੂਸਰਾ ਪਾਰਟੀ ਦਰਵਾਜ਼ੇ ਦੀ ਫਸੀਲ ਲਾਵਾਂਗੇ ਇਹ ਦੋਵੇਂ ਦਰਵਾਜ਼ੇ ਖੋਲੋਗੇ ਤਾਂ ਤੁਸੀਂ ਅੰਦਰ ਆ ਜਾਓਗੇ ਉਸ ਲਾਹੌਰੀ ਦਰਵਾਜ਼ਾ ਛੋਟੀ ਜੀ ਫੌਜ ਛੋਟੀ ਜੀ ਲੜਾਈ ਕਿਹੜਾ ਸੀ ਲਾਹੌਰੀ ਗੇਟ ਲਾਹੌਰ ਲੋਹਾਰੀ ਗੇਟ ਅੱਛਾ ਲੋਹਾਰੀ ਉਹ ਲੋਹਰੀ ਸੀ ਲੋਹਾਰੀ ਗੇਟ ਤੇ ਦੂਜਾ ਪਾਰਟੀ ਗੇਟ ਇਸ ਰਸਤੇ ਤੋਂ ਅੰਦਰ ਆਉਂਦਾ ਥੋੜੀ ਜੀ ਪੈਦਾ ਵੀ ਉਹਨੂੰ ਸਿੱਧਾ ਉਧਰੋਂ ਹੀ ਹੈ ਪੈਦਾ ਵੀ ਤੀਸਰਾ ਰਸਤਾ ਥੋੜੀ ਜੀ ਫੌਜ ਉਹਦੀ ਉਧਰੋਂ ਆਉਂਦੀ ਹੈ ਦਿੱਲੀ ਦਰਵਾਜ਼ੇ ਤੋਂ ਪਰ ਇਹ ਦੋ ਰਸਤੇ ਬਿਲਕੁਲ ਸਟ੍ਰੇਟ ਜਾਂਦੇ ਸੀ ਇਹ ਸਭ ਤੋਂ ਜ਼ਿਆਦਾ ਸਟ੍ਰੇਟ ਜਾਂਦਾ ਸੀ ਰਸਤਾ ਛੋਟੀ ਜੀ ਲੜਾਈ ਹੋਈ ਪੰਗੀ ਸਰਦਾਰ ਨਸ ਗਏ 4 ਦਿਨ ਇਹਨੇ ਕਿਲੇ ਦਾ ਮਾਸਰਾ ਰੱਖਿਆ ਲਹਿਣਾ ਸਿੰਘ ਦੀ ਫੈਮਿਲੀ ਨੇ ਕਿਉਂਕਿ ਲਹਿਣਾ ਸਿੰਘ ਵੀ ਚਲਾ ਗਿਆ ਸੀ ਉਹ ਇੱਥੇ ਮੌਜੂਦ ਨਹੀਂ ਸੀ ਨਾ ਗੁੱਜਰ ਸਿੰਘ ਮੌਜੂਦ ਸੀ ਨਾ ਸੋਭਾ ਸਿੰਘ ਮੌਜੂਦ ਸੀ ਉਹਦੇ ਬੱਚੇ ਸਨ ਉਸ ਜ਼ਮਾਨੇ 'ਚ ਅੱਛਾ ਇਹ ਤਿੰਨੇ ਜਿਹੜੇ ਸਰਦਾਰ ਸਨ ਜਿਨ੍ਹਾਂ ਦੀ ਭੰਗੀਆਂ ਦੀ ਤੋਪ ਵਾਲੇ ਭੰਗੀਆਂ ਦੀ ਮਿਸਲ ਵਾਲੇ ਉਹ ਮੌਜੂਦ ਨਹੀਂ ਸਨ ਉਹਨਾਂ ਦੀ ਔਲਾਦਾਂ ਲਾਹੌਰ ਤੇ ਕਾਬਿਜ਼ ਸਨ ਤੇ ਉਸ ਜ਼ਮਾਨੇ 'ਚ ਫਿਰ ਇੱਕ ਮਿਸਲ ਬਣੀ ਇੱਕ ਬਾਣੀ ਬਣੀ ਤੇ ਸਾਹਿਬ ਜੀ ਇਜਾਜ਼ਤ ਹੈ ਤੁਹਾਡੇ ਸਾਹਮਣੇ ਬਾਣੀ ਸੁਣਾ ਦਿਆਂ ਬਿਸਮਿਲ੍ਲਾ ਉਹ ਬਾਣੀ ਬਣੀ ਸਰ ਉਹ ਬੜੀ ਜ਼ਬਰਦਸਤ ਬਾਣੀ ਹੈ ਹਾਂ ਕਿਵੇਂ ਸੋਭੇ ਕਿਆਂ ਦੀ ਸੋਭਾ ਗਈ ਸੋਭੇ ਕਿਆਂ ਦੀ ਸੋਭਾ ਗਈ ਸੋਭਾ ਕਹਿੰਦੇ ਖੂਬਸੂਰਤੀ ਹਾਂ ਉਹਦਾ ਕੀ ਦਾ ਮਤਲਬ ਹੈਗਾ ਕਿ ਜਿਵੇਂ ਹਾਂ ਪਤਾ ਸਾਨੂੰ ਮੈਨੂੰ ਐਕਸਪਲੇਨ ਕਰਨ ਦਿਓ ਯਾਰ ਅੱਛਾ ਕੀ ਦਾ ਜਿਹੜਾ ਮਤਲਬ ਹੈ ਜਿਵੇਂ ਉਹਨਾਂ ਦੀ ਸਾਹਿਰ ਹੈ ਨਾ ਸਾਹਿਰ ਦੀ ਫੈਮਿਲੀ ਸਾਹਿਰ ਕੀ ਆਂਦੇ ਹੈ ਹਾਂ ਇਹ ਪੂਰੇ ਟੱਬਰ ਦੀ ਸਾਡੀ ਪਰਜਾਈ ਆਏ ਸਾਡੇ ਬੱਚੇ ਆ ਸਾਡੇ ਇਹਦੇ ਅਜ਼ੀਜ਼ ਘਰ ਸਾਹਿਰ ਕੀ ਆਏ ਨੇ ਤੇ ਸੋਭੇ ਕਿਆਂ ਦੀ ਸੋਭਾ ਗਈ ਤੇ ਗੁੱਜਰ ਕਿਆਂ ਦਾ ਗਿਆ ਮਾਲ ਮਾਲੋ ਡੰਗਰ ਸਨ ਨਾ ਹਾਂ ਸੋਭੇ ਕਿਆਂ ਦੀ ਸੋਭਾ ਗਈ ਤੇ ਗੁੱਜਰ ਕਿਆਂ ਦਾ ਗਿਆ ਮਾਲ ਲੈਣੇ ਕਿਆਂ ਨੂੰ ਦੇਣਾ ਪਿਆ ਸੂਦਾ ਕਾਰੋਬਾਰ ਕਰਦੇ ਸਨ ਅੱਛਾ ਲੈਣਾ ਤਾਂ ਦੇਣਾ ਹੋ ਗਿਆ ਲੈਣੇ ਕਿਆਂ ਨੂੰ ਦੇਣਾ ਪਿਆ ਤੇ ਤਿੰਨੇ ਹੋਏ ਕੰਗਾਲ ਵੇਖ ਮੇਰੇ ਮਹਾਰਾਜ ਦੀ ਚਾਲ ਵੇਖ ਮੇਰੇ ਮਹਾਰਾਜ ਦੀ ਅੱਛਾ ਇਹ ਇੱਕ ਅਖਾਣ ਬਣ ਗਿਆ ਅਖਾਣ ਹੈ ਅੱਛਾ ਹਾਂ ਮੈਂ ਬਾਜ਼ਾਰ ਚੋਂ ਸੁਣਿਆ ਮੈਂ ਗਲੀਆਂ ਚੋਂ ਸੁਣਿਆ ਬਜ਼ੁਰਗਾਂ ਕੋਲੋਂ ਸੁਣਿਆ ਅੱਛਾ ਸੋਭੇ ਕਿਆਂ ਦੀ ਸੋਭਾ ਗਈ ਗੁੱਜਰ ਕਿਆਂ ਦਾ ਗਿਆ ਮਾਲ ਹਾਂ ਸੋਭੇ ਕਿਆਂ ਦੀ ਸੋਭਾ ਗਈ ਤੇ ਗੁੱਜਰ ਕਿਆਂ ਦਾ ਗਿਆ ਮਾਲ ਲੈਣਾ ਗਿਆ ਦੇ ਲੈਣੇ ਗਿਆ ਨੂੰ ਲੈਣਾ ਸਿੰਘ ਨੂੰ ਲੈਣਾ ਕਿਆਂ ਨੂੰ ਦੇਣਾ ਪਿਆ ਲੈਣੇ ਕਿਆਂ ਨੂੰ ਦੇਣਾ ਪਿਆ ਤੇ ਤਿੰਨੇ ਹੋਏ ਕੰਗਾਲ ਤਿੰਨੇ ਹੋਏ ਕੰਗਾਲ ਵੇਖ ਮੇਰੇ ਮਹਾਰਾਜ ਦੀ ਚਾਲ ਵੇਖ ਮੇਰੇ ਮਹਾਰਾਜ ਦੀ ਚਾਲ ਅੱਛਾ ਉਹ ਫਿਰ ਜਨਾਬ ਇੱਥੋਂ 1799 ਤੋਂ ਇੱਕ ਨਏ ਦੌਰ ਦਾ ਆਗਾਜ਼ ਹੁੰਦਾ
सर 1799 ਚ ਇੱਕ ਨਏ ਦੌਰ ਦਾ ਆਗਾਜ਼ ਹੁੰਦਾ ਜਿਹਦਾ ਸੂਰਜ 40 ਸਾਲ ਚਮਕਦਾ ਹੈ, ਵਾਹ ਜਿਹਦੇ ਵਿੱਚ 40 ਸਾਲ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਦਿਨ ਲਾਹੌਰ ਤਸ਼ਰੀਫ ਲਾਏ ਨੇ 7 ਰੁਪਏ ਤੋਲਾ ਸੋਨਾ ਸੀ। 40 ਸਾਲ 7 ਰੁਪਏ ਤੋਲਾ सोना। इकोनॉमिक्स देखो जरा किस तरह स्टेबल है। महाराज ने हर गरीब आदमी की तनख्वाह, सिपाही की तनख्वाह 1 ਤੋਲਾ रखी सी। अच्छा ਅੱਜ ਕਿਸੇ ਗਰੀਬ ਆਦਮੀ ਨੂੰ ਤੁਹਾਡੇ ਘਰ ਡਰਾਈਵਰ ਨੂੰ ਉਹਨੂੰ 1 ਤੋਲਾ ਦੇ ਪੈਸੇ ਦਿਓ, ਕਦੀ ਭੁੱਖਾ ਨਹੀਂ ਮਰੇਗਾ ਤੇ ਖੁਸ਼ਹਾਲ ਨਹੀਂ। ਪੂਰੀ ਦੁਨੀਆ ਦੇ ਉੱਤੇ ਇਹ ਜਿਹੜੀ ਲੇਬਰਸ ਦੀ ਮੂਵਮੈਂਟ ਹੈ, ਮਜ਼ਦੂਰਾਂ ਦੀ, ਸ਼ਿਕਾਗੋ ਦੇ ਸ਼ਹੀਦਾਂ ਦਾ ਜਦੋਂ ਦਿਨ ਮਨਾਉਂਦੇ ਨੇ ਤੇ ਉਹਦੇ ਉੱਤੇ ਇੱਕ ਡਿਮਾਂਡ ਸੀਗੀ ਪੂਰੀ ਦੁਨੀਆ ਤੇ ਕਿ ਵੀ ਹਰ ਮਜ਼ਦੂਰ ਦੀ ਜਿਹੜੀ ਤਨਖਾਹ ਹੈ ਮਹੀਨੇ ਦੀ ਉਹ 1 ਤੋਲਾ ਦੇ ਬਰਾਬਰ ਰੱਖੀ ਜਾਏ। ਹੁਣ ਵੀ ਅੱਜ ਵੀ ਇਹੀ ਕਹਿੰਦੇ ਨੇ, ਅੱਜ ਵੀ ਦੁਨੀਆ ਭਰ ਦੇ ਮਜ਼ਦੂਰ ਕਿ ਇਹ ਮਜ਼ਦੂਰ ਦੀ ਬਿਜਲੀ ਬੇਸਿਕ ਪੇ ਹੈ ਉਹ 1 ਤੋਲਾ ਫਾਰਮੂਲਾ ਕਿਉਂ 1 ਤੋਲਾ ਪੈਸੇ ਦੇ ਬਰਾਬਰ ਰੱਖੀ ਜਾਵੇ, ਸੋਨੇ ਦੇ ਬਰਾਬਰ। ਐਕਸਕਿਊਜ਼ ਮੀ ਸਰ ਜੀ, ਤੇ ਅਗਰ ਅੱਜ ਵੀ ਗੱਲ ਸਹੀ ਹੈ ਕਿ ਅੱਜ ਅਗਰ ਇੱਕ ਸਾਡੇ ਮਜ਼ਦੂਰ ਨੂੰ 60,000 ਮਹੀਨੇ ਦਾ ਮਿਲ ਜਾਏ ਤਾਂ ਉਹ ਭੁੱਖਾ ਨਹੀਂ ਮਰਦਾ, ਤੇ ਉਹ ਗੱਲ ਸਹੀ ਹਾਂ। ਤੇ ਇਹ ਦੁਨੀਆ ਨੇ 1 ਤੋਲਾ ਕਿਵੇਂ ਕਹਿ ਦਿੱਤਾ? ਇਹ ਮਹਾਰਾਜਾ ਰਣਜੀਤ ਸਿੰਘ ਦਾ ਫਾਰਮੂਲਾ ਸੀ। ਅੱਛਾ, ਤੁਸੀਂ ਤੇ ਹੈਰਾਨ ਪਰੇਸ਼ਾਨ ਹੋ ਗਏ ਫਿਰ ਰਣਜੀਤ ਸਿੰਘ ਦੀ ਕਿਸੇ ਨੇ ਮੈਂ ਕਦੀ ਤੁਹਾਡੇ ਅੱਗੇ ਬੈਠ ਕੇ ਮੂਡ ਅੱਛੇ ਦੋਸਤਾਂ ਦੀ ਮਹਿਫਿਲ 'ਚ ਹੋਵੇ ਤੇ ਰਣਜੀਤ ਸਿੰਘ ਦੇ ਜਿਸਲੇ ਮੈਂ ਤੁਹਾਨੂੰ ਪਰਦੇ ਖੋਲ ਕੇ ਦੱਸਾਂ ਤੁਸੀਂ ਪਰੇਸ਼ਾਨ ਹੋ ਜਾਓਗੇ ਯਾਰ। ਅੱਛਾ, ਨਏ ਦਿਨ ਆਇਆ, अर्ली डेज ऑफ महाराजा रंजीत सिंह, लाहौर फोर्ट शुरू महाराजा आए ने, उन्होंने दरबार सजाया। महाराज की बड़ी जबरदस्त क्वालिटी सी यार, ਇਹਦੇ ਮੁਤਲਕ दुनिया जानती सी बला का खुशकिस्मत आदमी है। अच्छा, लकी बंदा, वो सच्चा लकी पर्सन यार, बला का खुशकिस्मत आदमी है। जिसने ने खत लिखा सी ना लाहौर के शहरियों ने, एक वादा लिया सी महाराज तो। अच्छा, कि तुसी जिसले लाहौर आओ ਉਹਦੇ ਵਿੱਚ 4 ਵਾਅਦੇ ਸਨ। ਪਹਿਲੀ ਗੱਲ ਹੈ ਸਾਨੂੰ ਤੁਸੀਂ ਲੁੱਟੋਗੇ ਨਹੀਂ, ਠੀਕ। दूसरी गल है साढ़े फैसले इंसाफ के करोगे, ठीक है। 2 तीसरी गल है कि साढ़े रियायत रहमदिली करोगे लाहौर की रियायत। 3 चौथी है असी ताडे खैर खा रवांगे, ठीक हो। महाराजा ने अपना वादा पूरा किया, अपनी फौज ਨੂੰ हुक्म किया लाहौर के लोगों को लुटना नहीं। तो उस लिए हुंदा एक रिवाज है साडे पंजाब का कि जिसले असी फौजा लैके जाते किसी इलाके फतह करने सा वो फौजा उन्होंने लुट के अपना घर पूरा करते सा। तो अजे 3-4 महीने दे महाराजा ने अपनी फौज में तनख्वाह नहीं सी दी होती। फौज होगी नाराज, फौज अखां दिखावे रंजीत सिंह बेटा को चिप्स वगैरह भी ला दो और अंकल भाईजान के लिए चाय बना के लाओ, कॉफी लेंगे तो चाय लोगे, चाय ठीक है, चाय लेके आओ बेटा महाराज के। अच्छा, ओ नाराज हो गए, फौज वेर गई, फौज के सानू पैसे दे नहीं तो नहीं लड़ते। भंगी सरदार जैसा सिंह उठिया, बूढ़ा आदमी सी, उठिया है पसीन का मुकाम है, साडा पिंड है पसीन बॉर्डर, उत्थे बड़ा बड़ा तलाब भी है, ਉਹਦੇ ਉੱਤੇ ਸਾਰੀ ਮਿਸਲਾਂ ਨੂੰ ਇਕੱਠਾ ਕੀਤਾ ਜਿਹੜੀ ਨੇੜੇ ਜੱਸਾ ਸਿੰਘ ਨੇ, ਗੁੱਜਰ ਸਿੰਘ ਵੀ ਉੱਥੇ ਤੇ ਲਹਿਣਾ ਸਿੰਘ ਵੀ ਉੱਥੇ ਤੇ ਸੋਭਾ ਸਿੰਘ ਵੀ, ਭੰਗਿਆਂ ਦੀ ਮਿਸਲ ਸਾਰੀ ਤੇ ਇਹ ਸਾਰੀਆਂ ਮਿਸਲਾਂ ਇਕੱਠੀਆਂ ਹੋ ਕੇ ਉੱਥੇ ਬਹਿ ਗਈਆਂ। ਬਾਕੀ ਮਿਸਲਾਂ ਵੀ ਆਈਆਂ ਰਣਜੀਤ ਸਿੰਘ ਦੇ ਖਿਲਾਫ ਲੜਨ ਵਾਸਤੇ। ਅੱਛਾ, ਹੁਣ ਇਹ ਗੱਲ ਮਸ਼ਹੂਰ ਹੋ ਗਈ ਕਿ ਜਿਹੜਾ ਰਣਜੀਤ ਸਿੰਘ ਇੱਥੇ ਆਇਆ ਇਹ ਕਿਸੇ ਬਜ਼ੁਰਗ ਦੀ ਦੁਆ ਨਾਲ ਆਇਆ, ਇਸ ਤਰ੍ਹਾਂ ਨਹੀਂ ਆਇਆ। ਹੁਣ ਮੇਰੇ ਕੋਲ ਉਹ ਮੈਂ ਤੁਹਾਨੂੰ ਹਿਸਟਰੀ ਸੁਣਾਉਣ ਲੱਗਿਆ ਜਿਹੜੇ ਮੇਰੇ ਕੋਲ ਡਾਕੂਮੈਂਟਡ ਹੈ। ਇਟ ਇਜ਼ ਨੈਵਰ ਬੀਨ ਪਬਲਿਸ਼ਡ। ਮੇਰੇ ਬਜ਼ੁਰਗਾਂ ਨੇ ਉਰਦੂ ਚ ਲਿਖੀ ਹੈ ਤੇ ਮੈਂ ਉਰਦੂ ਸੁਣਾ ਦਿਆਂ, ਇਜਾਜ਼ਤ ਹੈ? ਹਾਂ ਸ਼ੋਰ। ਉਹ ਕਹਿੰਦਾ ਅੱਛਾ ਫੌਜ ਥੋੜੀ ਸੀ, ਲੜਨਾ ਵੀ ਨਹੀਂ ਸੀ ਜਾ ਰਹੀ, ਪਸੀਨ ਵਿੱਚ ਇਹ ਸਾਰੇ ਪੰਗੀ ਇਕट्ठे हो गए। तो मेरे बुजुर्ग लिखते महाराजा की कम फौज के होने के नाते महाराजा को बड़ा तरद्दुद हुआ, परेशानी हुई, फिक्र हुई कि मेरी कट फौज। उस असना में सारी रात उनको नींद ना आई। सुबह फकीर अजीजुद्दीन के हमराह महाराज घोड़े पर सैर करने निकल गए।
जब वो निकले तो फ़कीर अजीज़ुद्दीन, क्योंकि गर्मी बहुत शिद्दत की थी, फ़कीर अजीज़ुद्दीन को कहते हैं कि फ़कीर जी क्या ही अच्छा हो, बादल निकले, बारिश आए और हम भीगते हुए हज़रत मियाँ मीर के मज़ार में हाज़िरी दें। अच्छा, बड़ा इंटरेस्टिंग। खुदा का करना, फ़कीर अजीज़ुद्दीन लिखते हैं, खुदा का करना क्या हुआ कि एक बादल का टुकड़ा निकला, रफ्ता रफ्ता बहुत सारे टुकड़े हो गए तो बारिश शुरू हो गई। तो हज़रत मियाँ मीर की हाज़िरी तो उन्होंने दे दी, मत्था टेक दिया, वहाँ से वापस निकले तो बहुत ही गर्मी थी, तो ये बारिश का वाक़या पेश आया। तो महाराज थोड़ा घबरा के कहते हैं कि फ़कीर जी कहाँ चलना चाहिए, बारिश तो बहुत तेज़ हो गई। तो उन्होंने कहा महाराज ये पास से शालामार है, चले वहाँ चलते हैं जी। तो कहते हैं कि घोड़े दौड़ाते हुए शालामार के महल म्याना तक पहुंच गए। जदोते शाह आबशार है। इन्होंने घोड़े रखे तो मौसम बड़ा खुशगवार था। महाराजा ने फ़कीर अजीज़ुद्दीन को किया कि क्या ही अच्छा हो, देखो जिस तरह अल्लाह ने हमारी, जिस तरह महाराज ने हमारी ये दुआ सुनी है कि बारिश हो गई हमारी ख्वाहिश के मुताबिक, क्या ही अच्छा हो, मुझे मुल्क पंजाब भी बख्श दे। फ़कीर साहब ने कहा कि ये कौन सी बड़ी बात है, सुना है बारिश पे दुआ मुस्तजाब होती है। अच्छा, आइए हम नमाज पढ़ते हैं, आप इबादत करें, हम नमाज पढ़ते हैं, अल्लाह ताला हमारी फरियाद सुने, हमारी दुआ सुने। खैर फ़कीर साहब ने अपनी नमाज ली थी, महाराजा ने अपना कीर्तन बना लिया, वो अपना सजू। इतने में कहीं से बंदूक चलने की आवाज़ आई और घोड़ा हिनका। फ़कीर साहब कहते हैं कि ये दोनों फाल नेक मालूम होते हैं। फ़कीर जी ने कहा कि महाराज ने कहा कि अगर ये बात सच है तो क्या ही अच्छा हो। फ़कीर जी आपसे मेरा एक वादा है कि जो भी मुझे फतह नसीब होगी उसमें एक हिस्सा आपको भी दूंगा। तो आगे फ़कीर अजीज़ुद्दीन लिखते हैं कि महाराज ने अपना और दूसरा उसने वादा किया था कि जब इन्होंने शालामार बाग को देखा तो देखा कि बड़ी अबतर हालत में था, चुगताइयों का ये बाग बड़ी अबतर हालत में था और इसके फवारे तक बेच के खा गए थे। तो महाराज ने कहा कि अल्लाह अगर मुझे महाराज कृपा ने हिम्मत दी तो मैं उस बाग को इसी तरह सजाऊंगा जिस तरह मुगलिया दौर में सजाया गया। तो फ़कीर साहब लिखते हैं कि अल्लाह ताला ने ये दोनों वादे पूरे किए। अब ये बारिश के वाक़े के बाद फ़कीर साहब के साथ ये जाते हैं लाहौर फोर्ट में, परेशान तो होते हैं कि फ़ौज लड़ने को तैयार नहीं है और वसीम में इनके खिलाफ साजिश होगी, ये बैठे हैं। फ़कीर अजीज़ कहते हैं फ़कीर से क्या करें, तो सब्र करें, अल्लाह कोई ना कोई रास्ता निकालता है। तो फ़कीर अजीज़ुद्दीन, आपको एक बात बताऊं कि जिस तरह गवर्नर हाउस है और जिस तरह फोर्ट्स हैं, इनके अपने खास मुलाजमीन होते हैं जो कोई भी आ जाए वो इन मुलाजमीन को नहीं हटाते। अच्छा, वो पक्के रख वो पक्के होंगे ने ਉਹਦੇ ਵਿੱਚ। फ़कीर साहब ने पुराने मुलाजमीन को इकट्ठे किए। अच्छा, और उनको एक कमरे में बिठाया, उसके साथ एक महफिल की, गुफ्तगू की, उन्हें पूछा कि बताओ कि तुमने क्या क्या कुछ कितने मुलाजमीन लाहौर फोर्ट दे, अच्छा, लाहौर किले दे मुलाजमीन। उनमें से एक दो मुलाजमीन बोले कि जी मुझे पता है खजाना कहाँ दफन है, मुझे पता है तोहफे कहाँ दफन है मुझसे अब्दाली की, और कुछ खजाना कहीं पे दफन है हमारे पास। वो खुदवाया गया, बहुत सारा सोना निकला, खजाना निकला और 13 तोपें निकली। अच्छा, ये देखिए महाराजा रंजीत सिंह कितना लकी। 13 तोपा तो बहुत सारा सोना, 3 तोपे के 13, ये मैं कंफर्म करूंगा। कुछ तोपें निकली और खजाना निकला और रंजीत सिंह को बहुत खुशी हुई। रंजीत सिंह ने उस खजाने के जरिए अपनी फौज को जब रूसी जरा उन्होंने पैसे देते, उन्होंने नारे मारे, बड़े खुश हो गए। उसी दिन इतला मिलती है कि जैसा सिंह पंगी मर गया। उन्हें बहुत सारी शराब पी ली थी, वो नशा और बर्दाश्त होया एंड ही डाइड। तो इन्हें कहा कि जी महाराजा के खिलाफ जो खड़ा होगा उसका हाल यही होगा कि परवरदिगार उसकी रूह खींच लेंगे। तो ये एक बात, एक मिथ बन गई थी कि महाराजा के दुश्मन खुद ब खुद ज़ेर होते हैं। इसलिए जैसा सिंह पंगी मरिया, उन्होंने कहा जी इन्होंने रब नहीं भेजिया किसी ने, अल्लाह ने किसी बंदे ने
ਇਹਨੂੰ ਅਸੀਂ ਨਹੀਂ ਜਿੱਤ ਸਕਦੇ। ਉਹ ਉੱਥੋਂ ਡਿਸਪਰਸ ਹੋਏ ਨੇ, ਚਲੇ ਗਏ ਨੇ। ਅੱਛਾ, ਐਸੀ ਅਰਲੀ ਡੇਜ਼ ਆਫ ਰਣਜੀਤ ਸਿੰਘ ਅੱਜ ਤੁਸੀਂ ਮੈਨੂੰ ਛੇੜਿਆ। ਠੀਕ ਹੋ ਗਿਆ। ਅਰਲੀ ਡੇਜ਼ ਆਫ ਰਣਜੀਤ ਸਿੰਘ ਐਸੇ ਹੀ ਚੱਲਦਾ ਹੈ। ਗੁੱਡ ਹੈ। ਅੱਛਾ, ਅੱਗੇ ਚੱਲ ਕੇ ਇੱਕ ਹੋਰ ਬੜਾ ਮਜ਼ਾ ਆਉਂਦਾ ਹੈ ਜਿਸ ਵੇਲੇ ਲਾਹੌਰ ਸੈਟਲ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਸਾਥੀ ਸੀ, ਉਹਨਾਂ ਸੀ ਫੂਲਾ ਸਿੰਘ ਅਕਾਲੀ। ਅੱਛਾ, ਇਹ ਅਕਾਲੀ ਸਨ, ਅੱਛਾ, ਪੱਕੇ ਧਰਮੀ। ਪੱਕੇ ਧਰਮੀ ਤੇ ਅਕਾਲ ਤਖਤ ਦਾ ਵੀ ਹੈਡ ਸੀ ਫੂਲਾ ਸਿੰਘ ਅਕਾਲੀ ਜੀ। ਫੂਲਾ ਸਿੰਘ ਇਹਨੇ ਇੱਕ ਜੱਥਾ ਭੇਜਿਆ ਕਿ ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ, ਕਿ ਮਹਾਰਾਜਾ ਰਣਜੀਤ ਸਿੰਘ ਨੂੰ ਦੱਸੋ ਹੁਣ ਸਿੱਖੀ ਸਰਕਾਰ ਬਣ ਗਈ ਹੈ ਤੇ ਆਪਣਾ ਮਾਮਲਾ ਟੈਕਸ ਜਿਹੜਾ ਸਰ ਆਪਣਾ ਜਿਹੜਾ ਮਾਮਲਾ ਹੈ ਨਾ, ਇਹ ਸਾਰਾ ਗੁਰਮੁਖੀ ਦੇ ਵਿੱਚ ਲਿਖਿਆ ਨਹੀਂ ਸਰ, ਇਹ ਗੁਰਮੁਖੀ ਕਰਦੇ ਰਸੂਲ ਖਾਨ। ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਕੋਲ ਫੂਲਾ ਸਿੰਘ ਅਕਾਲੀ ਹੋ ਰਿਹਾ, ਉਹਨੇ ਕਿਹਾ ਜੀ ਅੱਛਾ ਕੀ ਚਾਹते ਤੁਸੀਂ? ਕਿ ਜੀ ਸਾਰਾ ਕੁਝ ਤੁਸੀਂ ਨਾ ਜਿਹੜਾ ਸਰਕਾਰੀ ਖਾਤੇ ਸਰਕਾਰੀ ਚੀਜ਼ ਹੈ ਤੇ ਜਿਹੜਾ ਰਸਮਲ ਖਾਤੇ ਨਾ ਇਹਨੂੰ ਗੁਰਮੁਖੀ ਚ ਕਰ ਦਿਓ। ਉਹਨੇ ਕਿਹਾ ਜੀ ਮਹਾਰਾਜ ਨੇ ਕਿਹਾ ਕਿ ਮੈਂ ਤੇ ਨਾ ਖਤ ਲਿਖਣਾ ਨਾ ਤਾਂ ਮੈਂ ਜਵਾਬ ਦੇਣਾ, ਮੈਂ ਤੇ ਅਨਪੜ੍ਹ ਹਾਂ। ਮੇਰੇ ਸਾਰਾ ਨਿਜ਼ਾਮ ਚਲਾ ਰਿਹਾ शाह साहब फकीर अजीजुद्दीन साहब जी, शाह साहब को चले जाओ तो उन्होंने कन्विंस कर लो जो गुरमुखी करते हैं, मैनू कोई इतराज नहीं, मेरे लो इजाजत है जी, 100 बारी गुरमुखी लिखो। अच्छा, तो उससे ले सर मैं नमाज से जरूर आऊंगा, अजान अली नहीं ठीक है ठीक है। उससे ले गुरमुखी जी है ना एक लकीर खिंच के थले लिखी जाती सी, ਉਹਦੇ ਤੋੜ ਨਹੀਂ ਸੀ। ਹਾਂ, ਉਹ ਸ਼ਬਦ ਜਿਹੜੇ ਨੇ ਵੰਡ ਨਹੀਂ ਸੀ ਕਰਦੇ। ਪੁਰਾਣੇ ਜਿਹੜੇ ਸਕ੍ਰਿਪਚਰਸ ਨੇ ਨਾ, ਜਿਹੜੇ ਆਪਣਾ ਮੈਂ ਵੇਖੇ ਸ਼ੁਰੂ 'ਚ ਮੈਨੂੰ ਗੁਰਮੁਖੀ ਦਾ ਵੀ ਸ਼ੌਕ ਸੀ ਤੇ ਮੈਂ ਆਪਣਾ ਉੱਥੇ ਗਿਆ ਆਪਣਾ ਲਾਹੌਰ ਮਿਊਜ਼ੀਅਮ, ਉੱਥੇ ਜਿਹੜੀਆਂ ਕਿਤਾਬਾਂ ਪੁਰਾਣੀਆਂ ਪਈਆਂ ਨੇ ਨਾ 19th ਸੈਂਚੁਰੀ ਦੀਆਂ, ਹਾਂ ਉਹਨਾਂ ਦੇ ਵਿੱਚ ਸਪੇਸ ਨਹੀਂ ਹੈਗੀ, ਗੁਰਮੁਖੀ ਇੱਕੋ ਲਾਈਨ 'ਚ ਚੱਲ ਰਹੀ ਜੀ ਬਿਲਕੁਲ ਠੀਕ ਹੈ। ਤੇ ਫਕੀਰ ਅਜ਼ੀਜ਼ੁद्दीन ਜਿਹੜਾ ਕਰ ਆਏ ਹਕੂਮਤ ਸਾਰੀ ਚਲਾਉਂਦੇ ਸਨ, ਉਹਦੇ ਵਿੱਚ ਉਹਨਾਂ ਦੀ ਜ਼ਬਾਨ ਫਾਰਸੀ ਸੀ, ਪਿੱਛੋਂ ਫਾਰਸੀ ਮੁਗਲਾਂ ਤੋਂ ਚੱਲੀ ਆਈ ਸੀ, ਰਸਮੁਲ ਖਤ ਦਸਤਾਲੀਕ ਸੀ। ਨਹੀਂ ਉਸ ਵੇਲੇ ਤੱਕ ਤੇ ਸਿਰਫ ਮਿਸਰ ਦੀ ਹਕੂਮਤ ਸੀ ਨਾ। ਨਹੀਂ ਮਹਾਰਾਜ ਜਿਸਲੇ ਬਣ ਗਏ ਨੇ, ਮਹਾਰਾਜ ਬਣ ਗਏ ਉਦੋਂ ਦੇ ਵਾਕਿਆ ਸੁਣਾ ਰਹੇ। ਦੂਸਰੀਆਂ ਮਿਸਲਾਂ ਜਿਹੜੀਆਂ ਨੇ ਫਿਰ ਮਿਸਲਾਂ ਉਹ ਨਸ ਗਈਆਂ ਨਾ ਜੀ, ਓਕੇ ਦੂਰ ਹੋ ਗਈਆਂ, ਸਾਰਿਆਂ ਨੇ ਫਿਰ ਮਹਾਰਾਜ ਨੂੰ ਰਾਜਾ ਮੰਨ ਲਿਆ ਜੀ। ਓਕੇ ਅੱਛਾ, ਇਹ ਮੈਂ ਵਾਕਿਆ ਸੁਣਾ ਰਿਹਾ ਰਸਮੁਲ ਖਤ ਦਾ, ਗੁਰਮੁਖੀ ਦਾ। ਉਹਨੇ ਕਿਹਾ ਜੀ ਗੱਲ ਇਸ ਤਰ੍ਹਾਂ ਹੈ, ਫਕੀਰ ਅਜ਼ੀਜ਼ੁद्दीन ਜਿਹੜੇ ਨੇ ਉਹ ਸਾਰਾ ਕੁਝ ਲਿਖਦੇ ਪੜ੍ਹਦੇ ਨੇ, ਤੁਸੀਂ ਇਸ ਤਰ੍ਹਾਂ ਕਰੋ ਫਕੀਰ ਅਜ਼ੀਜ਼ੁद्दीन ਸਭ ਕੁਝ ਚਲੇ ਜਾਓ। ਉਹਨਾਂ ਕਹਾ ਗੱਲ ਹੀ ਕੋਈ ਨਹੀਂ ਸਾਹਿਬ, ਮਸਲਾ ਹੀ ਕੋਈ ਨਹੀਂ। ਐਸਾ ਕਰਨੇ ਆ ਕਿ ਮੈਂ ਤੁਹਾਨੂੰ ਇੱਕ ਇਬਾਰਤ ਲਿਖਦਾ, ਤੁਸੀਂ ਗੁਰਮੁਖੀ 'ਚ, ਫਾਰਸੀ ਦੀ ਇਬਾਰਤ ਹੈ ਪਰ ਗੁਰਮੁਖੀ 'ਚ ਲਿਖ ਕੇ ਦੇਣਾ, ਪੜ੍ਹ ਕੇ ਦੱਸੋ। ਉਹਨੇ ਇੱਕ ਇਬਾਰਤ ਲਿਖੀ ਦਿੱਤੀ, ਐਸਾ ਲਕੀਰ ਖਿੱਚੀ, ਕਿਉਂਕਿ ਮਾਹਿਰ ਸਿੰਘ ਗੁਰਮੁਖੀ ਦੇ ਵੀ, ਕਿਉਂਕਿ ਫਕੀਰ ਅਜ਼ੀਜ਼ੁद्दीन ਦੀ ਕਮਾਲ ਐਸੀ, ਉਹ ਕਈ ਜ਼ਬਾਨਾਂ ਦੇ ਅਬੂਰ ਆਖਰ ਸੀ। ਓਕੇ ਅੱਛਾ, ਲਰਨਡ ਆਦਮੀ ਸੀ, ਅਰਬੀ, ਫਾਰਸੀ, ਗੁਰਮੁਖੀ, ਨਾਗਰੀ। ਉਹਨਾਂ ਦੇ ਵਾਲਾ ਸਾਹਿਬ ਵੀ ਹੈ ਸਨ? ਹਾਂ ਜ਼ਿੰਦਾ ਸਨ। ਅੱਛਾ, ਅਰਬੀ, ਫਾਰਸੀ, ਗੁਰਮੁਖੀ, ਨਿਆਗਰੀ, ਦੇਵਨਾਗਰੀ ਤੇ ਜਿਹੜੀ ਜ਼ਮਾਨਾ ਉਸਨੇ ਰਾਈ ਸਨ, ਸਾਰੇ ਤੇ ਆਪ ਗੁਰੂ ਆਸਨ ਸੀ। ਉਹਨਾਂ ਨੇ ਐਸਾ ਲਕੀਰ ਖਿੱਚੀ, ਇੱਕ ਇਬਾਰਤ ਲਿਖੀ ਗੁਰਮੁਖੀ 'ਚ, ਪੜ੍ਹੋ। ਕਹਿੰਦਾ ਕੁਤ ਬੇਦੀਨ ਤਾਲਾ ਸਲਮਾ, ਪਤਾ ਨਹੀਂ ਕੀ ਲਿਖਿਆ, ਸਾਲਾ। ਫਕੀਰ ਜੀ ਤੁਸੀਂ ਲਿਖਿਆ ਕੁੱਤਾ ਬੇਦੀਨ ਤੇ ਤੂੰ ਮੇਰਾ साला। आप मुस्कुरा उठे, आपने कहा नहीं, लिखे कुतुबुद्दीन सलमा हुताला। अच्छा, हेलो हेलो वालेकुम हो गया। वो सारे जड़े सन ना नहीं यार सुन ले, गल सुन के जा। उन्हें यार ਉਹਨੇ ਸ਼ਕਲ ਤੱਕਦੇ ਨੇ, ਦੂਜੀ ਸ਼ਕਲ ਤੱਕਦੇ ਨੇ। ਅੱਛਾ, ਉਹ ਕਹਿੰਦੇ ਨੇ ਇਹ ਕੀ ਹੋਇਆ? ਉਹਨੇ ਕਿਹਾ ਯਾਰ
ਗੁਰਮੁਖੀ ਤੇ ਇਹੋ ਜਿਹੀ ਹੈ। ਉਹਨੇ ਹੱਥ ਜੋੜਿਆ, ਉਹਨੇ ਕਿਹਾ ਯਾਰ ਸਾਰੀ ਗੱਲਾਂ ਛੱਡੋ, ਸਰਕਾਰੀ ਜਿਹੜੀ ਜ਼ਬਾਨ ਹੈ ਨਾ ਇਹ ਸ਼ਾਹਮੁਖੀ ਰਹਿੰਦੀ। ਸਿਲਸਿਲਾ ਜੋ ਆ ਰਿਹਾ ਪਰਸ਼ੀਅਨ ਪਰ ਸ਼ਾਹ ਸਾਹਿਬ ਦੀ ਵਜ੍ਹਾ ਨਾਲ, ਫਕੀਰ ਅਜ਼ੀਜ਼ੁਦੀਨ ਸ਼ਾਹ ਜੀ ਦੀ ਵਜ੍ਹਾ ਨਾਲ ਇਹ ਸ਼ਾਹਮੁਖੀ ਰਹਿੰਦੇ ਹੋ, ਗੁਰਮੁਖੀ ਤੇ ਅੱਜ ਅਸੀਂ ਜਿਹੜਾ ਪੰਜਾਬੀ ਰਸਮੁਲ ਖਤ ਜਿਹੜਾ ਅਸੀਂ ਸਾਡਾ ਹੈ ਸ਼ਾਹਮੁਖੀ, ਜਿੱਦਾਂ ਤੁਸੀਂ ਲਿਖਦੇ ਹੋ ਉਹਦਾ ਨਾਮ ਸ਼ਾਹਮੁਖੀ, ਇਹ ਫਕੀਰ ਅਜ਼ੀਜ਼ੁਦੀਨ ਸ਼ਾਹ ਸਾਹਿਬ ਦੇ ਨਾਂ ਤੋਂ। ਆਏ ਹਾਏ ਕੀ ਦਸੀਏ, ਸ਼ਾਹਮੁਖੀ ਜਾਂ ਗੁਰਮੁਖੀ, ਸਾਡਾ ਰੋਣਾ ਪੰਜਾਬੀ ਦਾ ਅਮਰ ਇਹਦੇ ਵਿੱਚ ਸਾਡਾ ਇਹ ਵੀ ਰੌਲਾ ਨਹੀਂ ਸੀ। ਸਾਡਾ ਤੇ ਇਹ ਸੀ ਕਿ ਬੇਸ਼ੱਕ 2 ਸਕ੍ਰਿਪਟਾਂ 'ਚ ਚੱਲਦੀ, ਉਹ 2 ਸਕ੍ਰਿਪਟ ਤੇ ਚੱਲਦੀ, ਪਰ ਕਿ ਚਲਦੀ ਕਾਸ਼ ਕਿਧਰੇ ਚਲਦੀ ਰਣਜੀਤ ਸਿੰਘ ਸ਼ਾਹਮੁਖੀ ਗੁਰਮੁਖ ਪੰਜਾਬੀ ਦੇ ਵਿੱਚ ਹੀ, ਜਿਵੇਂ ਕਿ ਬਾਬੇ ਨਾਨਕ ਤੋਂ ਚੱਲਦੀ ਆ ਰਹੀ ਸੀ, ਸੂਫੀਆਂ ਬੁੱਲੇ ਸ਼ਾਹ ਹੁਸੈਨ ਵੀ, ਆਪਣਾ ਵਾਰਿਸ ਸ਼ਾਹ ਵੀ ਇਹੀ ਲਿਖੀ ਸੀ, ਪਰਸ਼ੀਅਨ ਸਕ੍ਰਿਪਟ ਦੇ ਵਿੱਚ ਹੀ ਪੰਜਾਬੀ ਲਿਖੀ ਸੀ, ਕਿੱਸਾਕਾਰਾਂ ਨੇ ਵੀ ਲਿਖੀ ਸੀ। ਅਗਰ ਇਹੀ ਰੀਤ ਪੰਜਾਬੀ ਲਿਖਾਈ ਪੜ੍ਹਾਈ ਦੀ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਹੀ ਪੰਜਾਬੀ ਹੀ ਹੋ ਜਾਂਦੀ, ਕੋਈ ਵੱਡੀ ਗੱਲ ਨਹੀਂ ਸੀ। ਹਾਂ, ਤੇ ਅਗਰ ਸਕ੍ਰਿਪਟ ਹੀ ਉਹੀ ਹੁੰਦਾ, ਅਲਫਾਬੈਟਸ ਉਹੀ ਹੁੰਦੇ, ਮੈਂ ਜਨਾਬ ਅਗਰ ਇਹ अच्छा एक मिनट वापस आइए, लेट्स कम ਵਾਪਸ वापस ਹੁਣ ਗੁਫ਼ਤਗੂ ਪਲੀਜ਼ ਹਾਂ ਪਾਸੇ ਚਲਾ ਜਾਏਗਾ, ਅਗਲੇ ਪਾਸੇ ਨਿਕਲ ਜਾਏਗੀ। ਹਾਂ ਉਹ ਠੀਕ ਹੈ। ਪਰ ਮੈਂ ਤੁਹਾਨੂੰ ਦੱਸਾਂਗਾ ਕਿ ਪੰਜਾਬੀ ਬੱਚੀ ਉਸ ਜ਼ਮਾਨੇ 'ਚ ਓਕੇ ਓਕੇ ਓਕੇ, ਉਹ ਵੱਖਰਾ, ਉਹ ਇੱਕ ਤੀਸਰਾ ਕਿੱਸਾ ਉਹਦਾ ਸੁਣਾਵਾਂਗਾ ਪੰਜਾਬੀ, ਲੇਕਿਨ ਅਸੀਂ ਅਜ਼ਾਨ ਤੱਕ ਕਰਾਂਗੇ ਬਾਂਗਾ। ਤੇ ਉਹਨੇ ਕਿਹਾ ਜਨਾਬ ਇਹ ਗੁਰਮੁਖੀ ਛੱਡੋ, ਸ਼ਾਹ ਸਾਹਿਬ ਜਿਹੜੇ ਨੇ ਫਕੀਰ ਅਜ਼ੀਜ਼ੁਦੀਨ ਸ਼ਾਹ ਸਾਹਿਬ, ਇਹ ਸ਼ਾਹਮੁਖੀ ਉਹਨਾਂ ਦੀ ਚੱਲਣ ਦਿਓ, ਠੀਕ ਹੈ। ਤੇ ਹੱਸ ਕੇ ਵਾਪਸ ਚਲੇ ਗਏ। ਫਿਰ ਇਹਨਾਂ ਨੂੰ ਖੁਲਬੁਰੀ ਹੋਈ ਇੱਕ ਦਿਨ, ਫੂਲਾ ਸਿੰਘ ਨਾਰੇ ਮਾਰਦੇ ਆਏ, ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਦੇ ਅੰਦਰ ਆ ਗਏ, ਨਾਰੇ ਮਾਰਦੇ। ਮਹਾਰਾਜ ਨੇ ਕਿਹਾ ਹੁਣ ਕੀ ਹੈ ਫੂਲਾ ਸਿੰਘ ਜੀ, ਖੈਰ ਹੈ? ਮਹਾਰਾਜ ਕਾਦੀ ਖੈਰ, ਤੇਰੇ ਤੋਂ ਚੰਗੇ ਉਹ 3 ਭੰਗੀ ਸਰਦਾਰ ਸਨ, ਗੁਜਰ ਕੇ ਤੇ ਸੋਬੇ ਕੇ ਤੇ ਲੜਾ ਕੇ, ਉਹਨਾਂ ਨੇ ਮੁਸਲਿਆਂ ਦੀਆਂ ਅਜ਼ਾਨਾਂ ਬੰਦ ਕੀਤੀਆਂ ਸਨ। ਉਹਨੇ ਵਾਕਿਆ ਬੜੇ ਗੌਰ ਨਾਲ ਸੁਣਨਾ ਚਾਹੀਦਾ, ਉਹਨਾਂ ਨੇ ਮੁਸਲਿਆਂ ਦੀਆਂ ਅਜ਼ਾਨਾਂ ਬੰਦ ਕੀਤੀਆਂ ਸਨ। ਅੱਛਾ, ਉਹ ਸਾਡੀਆਂ ਬੁੱਢੀਆਂ ਬਾਂਗੀਆਂ ਜਾਂਦੀਆਂ ਨੇ, ਉਹਨਾਂ ਦੇ ਢਿੱਡ ਜਿਹੜੇ ਬੱਚੇ ਨੂੰ ਬਾਂਗੇ ਜਾਂਦੇ ਨੇ, ਉਹਨਾਂ ਨੇ ਅਜ਼ਾਨਾਂ ਬੰਦ ਕੀਤੀਆਂ ਸਨ। ਇਹ ਜਿਸਲੇ ਦਾ ਤੂੰ ਆਇਆ ਇਹ ਮੁਸਲੇ ਅਜ਼ਾਨਾਂ ਦੇਣਾ ਸ਼ੁਰੂ ਹੋ ਗਏ ਨੇ। ਅੱਛਾ, ਹਾਂ, ਤੂੰ ਚੰਗਾ ਸਿੱਖ ਰਾਜਾ ਆਇਆ। ਮਹਾਰਾਜਾ ਰਣਜੀਤ ਸਿੰਘ ਇੱਧਰ ਤੱਕਦਾ ਉੱਧਰ ਤੱਕਦਾ ਕਿ ਇਹ ਕੀ ਮਸਲਾ ਮੇਰੇ ਤੇ ਪੈ ਗਿਆ। ਲੁੱਕ ਸਰ, ਮੈਂ ਤੁਹਾਨੂੰ ਜਿਹੜਾ ਵਾਕਿਆ ਸੁਣਾ ਰਿਹਾ। ਅੱਛਾ, ਇਹ ਇਹਦਾ ਮਤਲਬ ਹੈ ਕਿ ਇਹ ਭੰਗੀਆਂ ਦੀ ਮਿਸਲ ਦੇ ਅੰਦਰ ਇਹ ਪਾਬੰਦੀ ਸੀਗੀ ਮਹਾਰਾਜਾ ਦੇ ਵੇਲੇ, ਜਿਸਲੇ ਜ਼ਰਾ ਸੁਣੋ, ਆਏ ਨਹੀਂ ਅਜ਼ਾਨਾ ਖੁੱਲੀਆਂ, ਸੁਣੋ ਪਲੀਜ਼, ਕਿੱਸਾ ਪੂਰਾ ਸੁਣੋਗੇ ਤਾਂ ਤੁਹਾਨੂੰ ਕਿੱਸਾ ਸਮਝ ਓਕੇ ਆਏਗਾ। ਓਕੇ ਮਹਾਰਾਜ ਕਦੀ ਇੱਧਰ ਤੱਕਦਾ ਕਦੀ ਉੱਧਰ ਤੱਕਦਾ ਕਿ ਇਹ ਕੀ ਮਸਲਾ ਮੇਰੇ ਤੇ ਪੈ ਗਿਆ। ਉਹਨੇ ਕਿਹਾ ਅੱਛਾ, ਹੁਣ ਮਹਾਰਾਜ ਦਾ ਪ੍ਰਿੰਸੀਪਲ ਆਫਿਸਰ ਤੇ ਫੋਰਨ ਮਿਨਿਸਟਰ, ਪ੍ਰਿੰਸੀਪਲ ਆਫਿਸਰ ਸਮਝਦੇ ਨਾ, ਪ੍ਰਿੰਸੀਪਲ ਆਫਿਸਰ ਜਿਹੜਾ ਹਰ ਵਕਤ ਮਹਾਰਾਜ ਦੇ ਨਾਲ ਹੈ, ਉਹਨਾਂ ਦਾ ਚੀਫ ਸੈਕਟਰੀ, ਮਹਾਰਾਜ ਦਾ ਪ੍ਰਿੰਸੀਪਲ ਆਫਿਸਰ ਤੇ ਮਹਾਰਾਜ ਦਾ ਫੋਰਨ ਮਿਨਿਸਟਰ ਫਕੀਰ ਅਜ਼ੀਜ਼ੁਦੀਨ, ਬੁਲਾਓ ਫਕੀਰ ਜੀ ਨੂੰ, ਸ਼ਾਹ ਸਾਹਿਬ ਨੂੰ ਸੱਦੋ ਇੱਧਰ ਜਲਦੀ ਆਏ। ਦਰਬਾਰ ਲੱਗਿਆ, ਸ਼ਾਹ ਸਾਹਿਬ ਜੀ ਮਹਾਰਾਜ, ਮਹਾਰਾਜ ਹੁਕਮ। ਸ਼ਾਹ ਸਾਹਿਬ ਇਹ ਦੱਸੋ ਕਿ ਭੰਗੀ ਸਰਦਾਰਾਂ ਨੇ ਮੁਸਲਮਾਨਾਂ ਦੀ ਅਜ਼ਾਨਾਂ ਬੰਦ ਕੀਤੀਆਂ ਸਨ। ਕਿ ਜੀ ਜਨਾਬ। ਉਹ ਕੀ ਕਹਿੰਦੇ ਸਨ, ਕਿਉਂ ਬੰਦ ਹੋਈਆਂ ਸਨ? ਕਿ ਜੀ ਉਹ ਗਲਤ ਖਿਆਲ ਕਰਦੇ ਨੇ ਕਿ ਬੱਚੇ ਭਾਗੇ ਜਾਂਦੇ ਨੇ, ਇਸ ਕਰਕੇ ਉਹਨਾਂ ਨੇ ਅਜ਼ਾਨਾਂ ਬੰਦ ਕੀਤੀਆਂ ਸਨ। ਉਹ ਜ਼ੁਲਮ ਦੇ ਉੱਤੇ ਤੇ ਜਨਾਬ ਅਸੀਂ ਜਨਾਬ ਨੂੰ ਸੱਦਿਆ, ਜਿਸ ਗ੍ਰੰਥ ਸਾਹਿਬ ਵਿੱਚ ਹੈਗਾ, ਬਾਬਾ ਗੁਰੂ ਨਾਨਕ ਦੀ ਬਾਣੀ ਉਹਨਾਂ ਨੇ ਪੇਸ਼ ਕੀਤੀ ਕਿ ਇਬਾਦਤ ਦਾ ਹੱਕ ਸਭ ਨੂੰ ਹੈ। ਜੀ ਬਿਲਕੁਲ ਹੈ, ਬਿਲਕੁਲ ਸਹੀ, ਆਪਣੀ ਧਿਆਨ ਸਾਧਨਾ ਤੇ ਜਿਹੜਾ ਅੱਛਾ ਬਿਲਕੁਲ ਹੈ। ਉਹਨੇ ਕਿਹਾ ਜੀ ਗੱਲ ਇਸ ਤਰ੍ਹਾਂ, ਅਜ਼ਾਨ ਜਿਹੜੀ ਹੈ ਸਾਡੀ ਪੁਕਾਰ ਹੈ, ਅਜ਼ਾਨ ਜਿਹੜੀ ਹੈ ਆਵਾਜ਼ ਹੈ, ਪੁਕਾਰ ਹੈ, ਸਾਡੀ ਇਬਾਦਤ ਜਿਹੜੀ ਹੈ ਨਮਾਜ਼ ਹੈ, ਅਜ਼ਾਨ ਉਹਦੀ ਪੁਕਾਰ ਹੈ, ਇਟਸ ਮੈਨ ਮੇਡ ਥਿੰਗ। ਤੇ ਜੇ ਇਹਨਾਂ ਨੂੰ ਅਜ਼ਾਨ ਤੋਂ ਤਕਲੀਫ ਹੈ, ਪਰ ਮਹਾਰਾਜ ਤੁਸੀਂ ਇਹ ਹੁਕਮ ਨਹੀਂ ਸਾਦਰ ਕਰ ਸਕਦੇ ਕਿ ਨਮਾਜ਼ ਨਾ ਪੜ੍ਹੋ। ਕਹਿੰਦਾ ਮੈਂ ਬਿਲਕੁਲ ਨਹੀਂ ਸਾਦਰ ਕਰ ਸਕਦਾ ਕਿ ਨਮਾਜ਼ ਲਾਜ਼ਮੀ ਪੜ੍ਹਨ। ਉਹਨੇ ਕਿਹਾ ਜਿਸ ਵੇਲੇ ਅਜ਼ਾਨ ਨਹੀਂ ਹੋਗੀ ਤਾਂ ਮੁਸਲਮਾਨ ਨਮਾਜ਼ ਨਹੀਂ ਪੜ੍ਹਨਗੇ, ਉਹਨਾਂ ਨੂੰ ਟਾਈਮ ਦਾ ਪਤਾ ਨਹੀਂ ਚੱਲੇਗਾ। ਤੇ ਮਿਹਰਬਾਨੀ ਕਰਦੇ
ਇਹ ਵੀ ਫੁੱਲਾ ਸਿੰਘ ਜੀ ਵੀ ਸੱਚ ਕਹਿੰਦੇ ਨੇ ਕਿ ਅਜ਼ਾਨਾਂ ਹੁੰਦੀਆਂ ਨੇ, ਡਿਸਟਰਬ ਹੁੰਦੇ ਨੇ। ਇਹਨਾਂ ਨੂੰ ਚਾਹੀਦਾ ਤੁਸੀਂ ਹੁਕਮ ਸਾਦਰ ਕਰੋ ਕਿ ਅਸੀਂ ਅਜ਼ਾਨਾਂ ਬੰਦ ਕਰ ਦਿੰਦੇ ਹਾਂ ਤੇ 5 ਟਾਈਮ ਰਿਆਇਆ ਜਿੱਦਾਂ ਹਮਸਾਇਆ ਮੁਸਲਮਾਨ ਹੈ 5 ਟਾਈਮ ਉਹਦਾ ਬੂਹੇ ਦਾ ਕੁੰਡਾ ਖੜਕਾ ਕੇ ਉਹਨੂੰ ਮਸਜਿਦ ਭੇਜੇ, ਅਜ਼ਾਨਾਂ ਬੰਦ ਕਰ ਦੇ। ਮਹਾਰਾਜ ਹੁਕਮ ਰਿਟਰਨ ਇਸ ਗੱਲ ਦਾ हाँ रिटर्न अच्छा महाराज हुक्म करो, मैं ऑर्डर लिखते हैं। हाँ लिखते हो जी, अजाना बंद कर दें तो मुसलमान जिदा हमसाया हिंदू है या ठीक है सिख है वो 5 टाइम ਉਹਦਾ ਬੂਹਾ ਖੜਕਾਏਗਾ ਤੇ ਉਹਨੂੰ ਅਜ਼ਾਨ ਉਹਨੂੰ ਨਮਾਜ਼ ਵਾਸਤੇ ਭੇਜੇਗਾ ਕਹੇਗਾ। ਇਹਨਾਂ ਨੇ ਖੂਬ जश्न मनाया, अजाना बंद हो गई, अजाना बंद हो गई। वाह जी वाह महाराज, अजाना बंद हो गई। ठीक 5वें दिन जिसले उन्होंने बूहे खड़काने पे 5 टाइम ते इन्हां दे मूंह लटक गए। इंटरेस्टिंग। अच्छा इन्हां दे मूंह लटक गए। ठीक 5वें दिन फूला सिंह अकाली तो दा जत्था पहले तो ज्यादा परेशान वापस आया अमृतसर जी। पहले तो ज्यादा परेशान वापस आया कि महाराजा रजीत सिंह ਨੂੰ ਐਸਾ ਹੱਥ ਜੋੜ ਕੇ ਕਹਿੰਦਾ ਇਹ ਕਿਹੜਾ ਕੰਮ ਪਾਤਾ ਇਹ ਸਾਡੇ ਕਿਹੜਾ ਕੰਮ ਪਾਤਾ ਬੂਹੇ ਖੜਕਾਉਣ ਦਾ ਤੇ ਦਹੀਂ ਨਹੀਂ ਖੜਾਉਂਦੇ ਕਿ ਤੇ ਮੁਸਲਮਾਨ ਨੂੰ ਅਜ਼ਾਨਾ ਬਹਾਲ ਕਰਦੇ ਕਿ ਮੁਸਲਮਾਨ ਦੀ ਆਜ਼ਾਦ ਸਰ ਬਹਾਲ ਹੋ ਗਈ। ਅੱਛਾ This is the way to rule on a he was a secular Oh yes, oh yes. and this is the secular regime. This is the way to rule on a secular regime. ਉਹਦੀ ਵੀ ਮੰਨ ਲਿੱਤੀ ਸਮਝਾ ਦਿੱਤਾ ਨਹੀਂ ਮੰਨਦੇ ਚਲੋ ਪ੍ਰੈਕਟੀਕਲ ਕਰਕੇ ਕੰਸੈਂਸਸ ਕਰ ਲਿਆ ਕੰਸੈਂਸਸ ਪ੍ਰੈਕਟੀਕਲ ਕਰ ਤੇ 7-5 ਦਿਨ ਸਿਰਫ ਅਜ਼ਾਨ ਬੰਦ ਹੋਈ ਹੈ 5 ਦਿਨ ਅਜ਼ਾਨ ਬੰਦ ਹੋਈ ਹੈ ਕਿਉਂਕਿ ਇਹ ਸੈਕੂਲਰ ਦੌਰ ਸੀ ਨਾ ਹਾਂ ਇਹਦੇ ਵਿੱਚ ਹਿੰਦੂ ਵੀ ਸਨ ਸਿੱਖ ਵੀ ਸਨ ਉਹਨਾਂ ਦੇ ਤਰ੍ਹਾਂ ਜੋ ਅਜ਼ਾਨ ਚਲੋ ਬੰਦ ਕਰ ਦਿਓ ਮਗਰ ਹੁਕਮ ਹੈਗਾ ਕਿ ਜਿਸ ਘਰ ਦੇ ਨਾਲ ਮੁਸਲਮਾਨ ਦਾ ਘਰ ਜੇ ਉਹਨੇ ਕੁੰਡਾ ਨਹੀਂ ਖੜਕਾਇਆ ਉਹਨੂੰ ਕਹਿ ਦੇ। मुसलमान ने शिकायत की थी मेरी जोर दी अजान मिस हो गई है, ए रामजादा ने उठा नहीं आया वो कहते मैं कम ते जाना है कि इन्होंने बूहे खड़कावा समझ आई। ਹਾਂ ਅਬ ਜ਼ਾਹਰ ਇੱਕ ਬੰਦਾ ਹੁਣ ਜਾ ਕੇ ਜ਼ਨਾਨੀਆਂ ਦੇ ਬੂਹੇ ਖੜਕਾਉਣ ਰਹੀਆਂ ओ यार अवजात ਆਪ ਜਾਵੇ ਜਾਂ ਜ਼ਨਾਨੀਆਂ ਦੀ ਡਿਊਟੀ ਲਾ पांच दफा किसी बूहा ते खड़का के ਕਹਿੰਦੇ ਗੱਲ ਇਹ ਹੋਈ ਕਿ ਜਿਹੜੇ ਮੰਦਿਰਾਂ ਦੇ ਟੱਲ ਸਨ हाँ जी वो भी बहाल ਜਾਂ हुए ने ਮਸੀਤਾਂ ਦੀਆਂ ਬਾਂਗਾਂ ਸਨ ਉਹ ਵੀ ਬਹਾਲ ਹੋਈਆਂ। ਗੁਰਦੁਆਰਿਆਂ ਦਾ ਵੀ ਜੋ ਵੀ ਅਨਾਉਂਸ ਹੈ ਸੀ जी सर ਆਉਣ ਵਾਸਤੇ कि इन्नी जमीन दे उत्ते तुसी 1000 बंदा रखोगे इन्नी जमीन ते तुसी 2000 बंदा रखो जी जी। ਤੇ ਮਰ ਹਰੀ ਸਿੰਘ ਨਲਵਾ ਨੂੰ 1200 ਫੌਜੀਆਂ ਦੀ ਲੈਂਡ ਦਿੱਤੀ ਸੀ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਰ ਕਿਉਂਕਿ ਹਰੀ ਸਿੰਘ ਨਲਵਾ ਮਹਾਰਾਜ ਦੇ ਬਚਪਨ ਦਾ ਯਾਰ ਵੀ ਸੀ ਮਗਰ ਮਹਾਰਾਜ ਚੀਜ਼ਾਂ ਦੇ ਵਿੱਚ ਫਰਕ ਨਹੀਂ ਸੀ ਕਰਦਾ ਲੜਦਾ ਸੀ ਨਾਰਾਜ਼ ਹੋ ਜਾਂਦਾ ਸੀ ਜਾਂ ਉਹਦੀ ਐਡਮਿਨਿਸਟ੍ਰੇਸ਼ਨ ਬੜੀ ਸਟਰੋਂਗ ਸੀ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਹਰੀ ਸਿੰਘ ਨਲਵਾ ਨੂੰ ਦੀ ਮਹਾਰਾਜ ਨੂੰ ਕਿ ਮਹਾਰਾਜ ਜਿਹੜਾ ਨਲਵਾ ਹੈ ਨਾ ਤੁਸੀਂ ਜਿੰਨੀ ਜ਼ਮੀਨ ਉਹਨੂੰ ਦਿੱਤੀ ਹੈ ਦੇਖੋ ਇੰਨੀ ਫੌਜ ਨਹੀਂ ਤੁਸੀਂ ਇਹਦੀ ਪਰੇਡ ਲਓ ज्यादा देती है ਜ਼ਮੀਨ ਜ਼ਿਆਦਾ ਹੈ ਫੌਜ ਘੱਟ ਹੈ वही मैं ज्यादा जमीन देती ਹੁਣ ਇਹਦਾ ਹੁਕਮ ਤੁਹਾਡਾ ਹੁਕਮ ਹੈ 1200 ਫੌਜੀ ਰੱਖੋ ਮੇਰੇ ਦੇਖੋ 1200 ਨੀਜੇ ਪੂਰੇ ਤੁਸੀਂ ਇਹਦੀ ਮੁਆਇਨਾ ਕਰੋ ਇਹਦੀ ਪਰੇਡ ਲਵੋ ਉਹਨੇ ਕਿਹਾ ਗੱਲ ਹੀ ਕੋਈ ਨਹੀਂ ਹਰੀ ਜੀ ਕੱਲ ਸਵੇਰ ਤੁਹਾਡੀ ਪਰੇਡ ਸਲਾਮੀ ਆਪਣੀ ਫੌਜ ਨਾਲ ਆ ਜਾਓ। ਹਰੀ ਸਿੰਘ ਨਲਵਾ ਕੋਲ ਬਾਕੀ ਬੰਦੇ ਥੋੜੇ ਸਨ ਜਿਸ ਨੇ ਮਹਾਰਾਜ ਨੇ ਹੀ ਥਾਟ ਕਿ ਮੈਨੂੰ ਕਦੀ ਐਸੀ ਇੰਸਪੈਕਸ਼ਨ ਨਹੀਂ ਹੋਈ ਕਿ ਮੇਰੀ ਮਗਰ ਮਹਾਰਾਜ एडमिनिस्ट्रेटर आदमी था उन्होंने कहा चल अपनी फौज खड़ी कर। अब हरी सिंह नलवा फकीर अजीजुद्दीन तके कि फकीर जी मेरी जान बचानी है कहता तू जा यार तू कल सुबह फौज से अपनी इकट्ठी कर। बड़ी टेंशन हो गई लोग खुलबुरी कर रहे हैं देख नलवा दा की महाराज हाल करते हैं देख नलवा दा की हाल होता है ये होता की है ਹੁੰਦਾ ਕੀ ਲਾਹੌਰ ਦੇ ਬਾਹਰ ਬਦਾਮੀ ਬਾਗ ਦੇ ਕੋਲ ਪਰੇਡ ਗਰਾਊਂਡ ਹੈ ਕਿਉਂਕਿ ਮੈਂ ਹੁਣ ਗੱਲ ਹੀ ਕਰਨੀ ਮੇਰੀ ਗੱਲ ਵਿਗੜ ਜਾਏਗੀ। ਬਦਾਮੀ ਬਾਗ ਦੇ ਕੋਲ ਬੜਾ ਖੂਬਸੂਰਤ ਪਰੇਡ ਗਰਾਊਂਡ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੇ ਮੈਦਾਨ ਚਬੂਤਰੇ ਤੇ ਖਲੋਂਦਾ ਫਕੀਰ ਅਜ਼ੀਜ਼ੁਦੀਨ ਤੇ ਨਲਵਾ
ਤੇ ਨਲਵਾ ਨਾਲ ਜਾਣ ਲੱਗਦਾ ਮਹਾਰਾਜ ਕਹਿੰਦਾ ਨਹੀਂ ਇੱਥੇ ਠਹਿਰ ਸਲਾਮੀ ਮੈਂ ਆਪ ਲਵਾਂਗਾ ਕਿਉਂਕਿ ਮਹਾਰਾਜ ਨੂੰ ਪਤਾ ਹੈ ਕਿ ਇਹਦੇ ਬੰਦੇ ਥੋੜੇ ਨੇ ਬਾਤ ਹੈ ਅੰਦਾਜ਼ਾ ਹੋ ਗਿਆ ਕਿ ਨਲਵਾ ਘਬਰਾਇਆ ਹੈ ਤੇ ਫਕੀਰ ਅਜ਼ੀਜ਼ੁद्दीन ਤੇ ਨਲਵਾ ਕੋਲ ਖਲੋਤੇ ਨੇ ਮਹਾਰਾਜ ਘੋੜੇ ਦੇ ਬੈਠ ਕੇ ਇੱਕ ਅੱਖ ਨਾਲ ਪਲੇਟ ਦਾ ਮੁਆਇਨਾ ਕਰਦਾ ਇੱਕ ਅੱਖ ਨਾਲ ਟੁਕੜੀਆਂ ਗਿਣ ਲੈਂਦਾ ਟੁਕੜੀਆਂ ਗਿਣ ਲੈਂਦਾ ਜੈਸੇ ਘੋੜਾ ਮੋੜ ਕੇ ਵਾਪਸ ਆਉਂਦਾ ਜਲਦੀ ਨਾ ਤੇ ਨਲਵਾ ਕਹਿੰਦਾ ਫਕੀਰ ਅਜ਼ੀਜ਼ ਨੇ ਕਿ ਮਹਾਰਾਜ ਮੇਰੀ ਜਾਨ ਬਚਾ ਫਕੀਰ ਸ਼ਾਹ ਜੀ ਮੇਰੀ ਜਾਨ ਬਚਾਓ ਤੇ ਸ਼ਾਹ ਸਾਹਿਬ ਕੀ ਕਰਦੇ ਨੇ ਕੈਕਾ ਮਾਰਦੇ ਨੇ ਅੱਛਾ महाराज was totally surprised वापस आ रहा है तो देख रहे फकीर अजीजुद्दीन तो हर से नलवा कोर को खलोते हैं तो फकीर अजीजुद्दीन ने खा 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 क्या खा मारे महाराज घोड़ा रोक लेंदा कोल उतरदा फकीर जी की गल हुई उन्होंने परेड जिसले देखदा है कि ਇਹਦੇ 1200 ਦੀ ਜਗ੍ਹਾ 800 फौजी ने 400 ਦੀ ਕਮੀ है ਤੇ फकीर अजीजुद्दीन क्या का मार रहा है तो ਉਹਨੂੰ ਥਪਕੀ ਦੇ ਰਿਹਾ शाबाशी दे रहा है तो महाराजा पूछता है कल की हुई है महाराज ओ फकीर जी बताएं क्या बात हुई मसला क्या मसला की है तुझे हंसे हो उन्होंने कही नलवा ने बड़ी कमाल गल की थी मैं उन्हें शाबाश दी है नलवा ने की कहता है कहना नलवा ने यह कहता है कि महाराज को फौज चाहिए या फतेह क्या कहने महाराज को फौज चाहिए ये फतेह चाहिए है या फतेह महाराज ने क्या फतेह ही ठीक घोड़े पे बैठा जब हरी सिंह नलवा टुक हिज डैगर अपना डैगर कढ़िया यार तो फकीर साहब ने तोहफे दिया सादा डैगर ऐसे नाम ही नहीं होता स्क्रिप्टेड वाह 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 लो ये कैसी वाह जी। सारी गल है हाँ जी इधर बना रहे हैं Okay, okay. इट्स अ मिनिएचर विद इन अ मिनिएचर Who is the artist? इसका आर्टिस्ट नहीं है मुझे पता Okay. ये कौन है अकबर अच्छा आगे जो खास है जो खास है इधर 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 नहीं है कि ये और सारा बहुत कुछ ये और भी मिनिएचर है डिफरेंट पीरियड्स अच्छा चलो ला लो। ये सारा फैमिली सेक्शन है ये वाला ये सारे मेरे बुजुर्गों की है हजरत फकीर से गुलाम हुए थे उनके भी बेटे फकीर इमामों के फकीर नूरुद्दीन और जिससे आगे हम लेकर और जो महाराजा रंजीत सिंह की तरफ सारी चीजें कैलीग्राफी इसमें पॉइजन टेस्टिंग प्लेट्स क्या पॉइजन टेस्टिंग प्लेट्स पॉइजन टेस्टिंग प्लेट्स ये महाराजा के दौर के उनके इस्तेमाल की ही प्लेटें और ये बेसिकली स्पेशल केमिकल्स हैं जो कि रिएक्टर में पॉइजन मटेरियल को आप इस प्लेट में खाना डालने खाने में जहर हो तो ये क्रैक कर जाएगी अच्छा और उसमें खाना डालने खाने में जहर तो मेरा रंग बदल देगी अच्छा तो ये सेलेडॉन प्लेट्स हैं ये बेसिकली वो महाराजा का गिफ्टेड पीस है ये क्या महाराजा का गिफ्टेड पीस है फकीर अजीजुद्दीन को जो कि मेडिसिन बनाने के लिए ये जिससे ये एक पीस हकीक है दिस इज वन पीस हकीक हाँ पत्थर बहुत अच्छा दिस इज वन पीस उसको उसमें से उसे एनग्रेविंग किया वाह बड़ा भारी है एक ही है जी ये
मिनिएचर पेंटिंग है आइवरी के ऊपर बनी हुई, ये शाहजहां और मुमताज महल की। दिस इज वन ऑफ द वर्ल्ड्स फर्स्ट 3D मिनिएचर्स। आपने उस रूम में जितनी भी पेंटिंग देखी सारी ये स्वॉर्ड होल्डर ऑफ महाराजा। अच्छा तलवार लगाना कम देखो ये चांदी की तारें हैं बीच में। ओहो अच्छा ये किना लोगों ने बनाया है इन्हें? सारा वही है सारा सेम। ਇਹਦੇ ਵਿੱਚ ਤਲਵਾਰ ਆਉਂਦੀ ਸੈਸ਼ ਜਿਹਨੂੰ ਅਸੀਂ ਗਾਤਰਾ ਵੀ ਕਹਿੰਦੇ ਆ है ਅੱਛਾ सर जो अक्सर हमारे यहाँ बच्चों के यूनिफॉर्म पे नहीं होते हाँ, लड़कियों हाँ, की हाँ। साश, ਰਾਜਾ ਪੁਰਸ਼ ਦੀ ਅੰਗੂਠੀ जिसकी उसकी शक्ल बनी हुई। क्या मैं कहता हूँ ਅੱਛਾ ਉਹਦੀ ਤਸਵੀਰ ਵੀ ਬਣੀ ਹੋਈ ਹੈ उंगली का अंदाजा ਇਹ ਫੜਿਓ ਜ਼ਰਾ ਉਹਦਾ वो काफी चीजें तो वो तो अलमारी में अभी अंदर को ऐसे ओपन में नहीं है हमारे पास। ये क्या बेटा ये महारानी जिंदा की शॉल है। सर इसे इसको खोलना मैं अच्छा, sorry, ऐसे- sorry। हाँ, इसके यूं देख लें। वाह कम देखो ना ये वाह डबल एम्ब्रॉयडर्ड डबल क्या दोनों तरफ दोनों तरफ एम्ब्रॉयडरी हुई है। ਜਰਾ ਕਿਸ ਤਰ੍ਹਾਂ ਦਾ ਕੱਪੜਾ ਉਸ ਵੇਲੇ ਬਣਦਾ ਸੀ नहीं ये देख ना कि ये देख जरा इधर भी वही हाँ जी। इसको ऐसे ही करें पता लगे साइज मैं भी आपको- इसलिए मैं- एक सेकंड। अभी यार कम देखो सी ओह नीचे स्टैम्प्ड है ये लेफ्ट साइड पे, कौन सी लेफ्ट वाले पट के अपने नीचे पे इसके एंड पे फ्रंट पे फ्रंट फ्रंट अंदर क्या ये क्या थले ये ਕਹਾਂ ये यहाँ पे आपका अंगूठा है। ये ਇਹ ਕੀ ਲਿਖਿਆ ਇਹਦੇ 'ਚ ਅੱਛਾ फारसी है पढ़ा जाता ਲਾ ये तरह ये की है ਤਰਾ ये भी तो कम दी याद देखो ना हैरान मतलब लुक एट ਵੀਰ ਉਹ ਵਿਜ਼ਾਰਾ ਮਹਾਰਾਜਾ ਨੇ ਪਾਈ यार पर बनाने वाले लात देखो ना मैं महाराज ने तो पाई है लेकिन जिन्हें बनाते हैं इतना वेट है ना ये ਦੇਖੋ ਇਹਦਾ ਵੇਟ Oh yeah, it's heavy. ये दिखा दे दो शीशा आओ जी आजा भाई